प्यारे बच्चों सत श्री अकाल। ਅੱਜ ਅਸੀਂ 10ਵੀਂ ਕਲਾਸ ਦਾ ਸੋਸ਼ਲ ਸਟੱਡੀ ਦਾ ਪੈਸ ਦਾ ਟੈਸਟ ਹੱਲ ਕਰਾਂਗੇ। ਤਾਂ ਬੱਚਿਓ ਆਪਾਂ ਦੇਖਦੇ ਹਾਂ ਇਸ ਦਾ ਪਹਿਲਾ ਸਵਾਲ ਪ੍ਰਸ਼ਨ ਕੀ ਹੈ ਤੇ ਉਸ ਦਾ ਆਪਾਂ ਉੱਤਰ ਵੀ ਦੇਖਦੇ ਹਾਂ। ਇਹਨਾਂ ਪਰਬਤੀ ਖੇਤਰਾਂ ਦਾ ਜਨਮ ਅੱਜ ਤੋਂ 4 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ। ਉਸ ਸਮੇਂ ਇਹਨਾਂ ਪਰਬਤੀ ਖੇਤਰਾਂ ਦੀ ਜਗ੍ਹਾ ਤੇ ਟੈਥੀਜ਼ ਨਾਮ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਉੱਚੇ ਪਰਬਤ ਹਨ। ਬੱਚਿਓ ਕੀ ਤੁਹਾਨੂੰ ਇਹਨਾਂ ਪਰਬਤਾਂ ਦਾ ਨਾਮ ਪਤਾ ਹੈ? ਤਾਂ ਬੱਚਿਓ ਅਸੀਂ ਦੱਸਣਾ ਵੀ ਇਹਨਾਂ ਪਰਬਤਾਂ ਦਾ ਕੀ ਨਾਮ ਹੈ। ਤਾਂ ਬੱਚਿਓ ਇਹਨਾਂ ਦਾ ਆਂਸਰ ਆਵੇਗਾ ਹਿਮਾਲਿਆ ਪਰਬਤ, ਹਿਮਾਲयन ਮਾਊਂਟੇਨਸ। ਬੱਚਿਓ ਇਸ ਸਵਾਲ ਦਾ ਆਂਸਰ ਇਹ ਹੈ। ਹੁਣ ਬੱਚਿਓ ਆਪਾਂ ਦੂਸਰਾ ਸਵਾਲ ਦੇਖਦੇ ਹਾਂ। ਪੰਜਾਬ ਦੋ ਸ਼ਬਦਾਂ ਪੰਜ ਅਤੇ ਆਪ ਤੋਂ ਬਣਦਾ ਹੈ, ਜਿਸ ਦਾ ਅਰਥ ਹੈ ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ। ਜਦੋਂ ਤੁਰਕ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਇਹਨਾਂ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ। ਬੁੱਝੋ ਭਲਾ ਤੁਰਕਾਂ ਦੀ ਕਿਹੜੀ ਭਾਸ਼ਾ ਸੀ? ਤਾਂ ਬੱਚੋ ਅਸੀਂ ਦੱਸਣਾ ਵੀ ਜੋ ਤੁਰਕ ਆਏ ਸੀ ਉਹਨਾਂ ਦੀ ਜਿਹੜੀ ਭਾਸ਼ਾ ਉਹ ਕਿਹੜੀ ਸੀ? ਅਰਬੀ ਸੀ, ਲਤੀਨੀ ਨਹੀਂ ਸੀ, ਉਰਦੂ ਵੀ ਨਹੀਂ ਸੀ, ਤਾਂ ਬੱਚੋ ਕਿਹੜੀ ਸੀ ਫਿਰ? ਫਾਰਸੀ, ਪਰਸ਼ੀਅਨ ਲੈਂਗੁਏਜ ਸੀ ਉਹਨਾਂ ਦੀ। ਹੁਣ ਬੱਚੋ ਆਪਾਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ ਤੀਸਰਾ ਸਵਾਲ ਹੈ। ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁਖੀ ਨਾਮਾਤਰ ਮੁਖੀ ਹੁੰਦਾ ਹੈ ਅਤੇ ਸ਼ਾਸਨ ਕਰਨ ਦੀ ਅਸਲ ਸ਼ਕਤੀ ਮੰਤਰੀ ਮੰਡਲ ਕੋਲ ਹੁੰਦੀ ਹੈ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦਾ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦੀ ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ ਕਰੋ। ਬੱਚੋ ਜਿਸ ਤਰ੍ਹਾਂ ਆਪਣੇ ਦੇਸ਼ ਵਿੱਚ ਸ਼ਾਸਨ ਪ੍ਰਣਾਲੀ ਹੈ ਵੀ ਜਿਸ ਤਰ੍ਹਾਂ ਸਾਡੇ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ, ਪਰ ਉਸਦੇ ਕੋਲ ਕੋਈ ਵੀ ਸ਼ਕਤੀ ਨਹੀਂ ਹੁੰਦੀ, ਸਾਰੇ ਕੰਮ ਪ੍ਰਧਾਨ ਮੰਤਰੀ ਤੇ ਉਸਦਾ ਮੰਤਰੀ ਮੰਡਲ ਕਰਦਾ ਹੈ। ਤਾਂ ਆਪਾਂ ਦੱਸਣਾ ਵੀ ਇਸ ਪ੍ਰਕਾਰ ਦੀ ਪ੍ਰਣਾਲੀ ਨੂੰ ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਕਹਿੰਦੇ ਹਨ। ਬੱਚੇ ਸਾਡੇ ਕੋਲ ਚਾਰ ਆਪਸ਼ਨ ਹਨ। ਧਰਮ ਨਿਰਪੱਖ ਸ਼ਾਸਨ ਪ੍ਰਣਾਲੀ ਇਹ ਨਹੀਂ ਹੈ। ਸੰਸਦੀ ਸ਼ਾਸਨ ਪ੍ਰਣਾਲੀ ਬੱਚੋ ਆਪਾਂ ਨੂੰ ਕਹਾਂਗੇ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ। ਤਾਂ ਬੱਚੋ ਇਸ ਦਾ ਸਹੀ ਆਂਸਰ ਇਹ ਹੈ। ਹੁਣ ਬੱਚਿਓ ਆਪਾਂ ਅੱਗੇ ਚੌਥਾ ਸਵਾਲ ਦੇਖਦੇ ਹਾਂ। ਮਲਿਕਾ ਅਰਜਨ ਕੇਰਲਾ ਦਾ ਨਿਵਾਸੀ ਹੈ। ਗਰਮੀ ਦੇ ਮੌਸਮ ਵਿੱਚ ਉੱਥੇ ਨਾਲ ਲੱਗਦੇ ਸਮੁੰਦਰ ਕਾਰਨ ਪੌਣਾਂ ਆ ਜਾਂਦੀਆਂ ਹਨ ਅਤੇ ਮੋਟੀਆਂ ਬੂੰਦਾਂ ਵਾਲੀ ਵਰਖਾ ਕਰਦੀਆਂ ਹਨ। ਸਥਾਨਕ ਭਾਸ਼ਾ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਬੱਚਿਓ ਇਸ ਨੂੰ ਪੂਰਬ ਮਾਨਸੂਨੀ ਵਰਖਾ, ਪਰੀ ਮਾਨਸੂਨ ਰੇਨਫਾਲ ਵੀ ਕਹਿੰਦੇ ਆ, ਅੰਬਾਂ ਦੀ ਵਿਛਾੜ ਮੈਂਗੋ ਸ਼ੋਰ ਵੀ ਕਹਿੰਦੇ ਹੈ, ਤੇ ਫੁੱਲਾਂ ਦੀ ਵਸ਼ ਬਲੌਸਮ ਸ਼ਾਵਰਸ ਇਹਨੂੰ ਇਹ ਵੀ ਕਹਿੰਦੇ ਆ। ਤਾਂ ਇਸ ਕਰਕੇ ਬੱਚੋ ਇਸ ਸਵਾਲ ਦਾ ਆਂਸਰ ਕੀ ਬਣਿਆ? ਉਪਰੋਕਤ ਸਾਰੇ, ਆਲ ਆਫ ਦੀ ਅਬਵ। ਹੁਣ ਬੱਚਿਓ ਅੱਗੇ ਆਪਾਂ ਪੰਜਵਾਂ ਸਵਾਲ ਦੇਖਦੇ ਹਾਂ। ਰਵਿੰਦਰ ਦੀ ਬਦਲੀ ਰਾਜਸਥਾਨ ਤੋਂ ਅਸਾਮ ਵਿੱਚ ਹੋ ਗਈ। ਰਾਜਸਥਾਨ ਵਿੱਚ ਵਰਖਾ ਘੱਟ ਹੁੰਦੀ ਸੀ, ਪਰ ਅਸਾਮ ਵਿੱਚ ਵਰਖਾ ਜ਼ਿਆਦਾ ਹੁੰਦੀ ਹੈ। ਵਰਖਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਵੀ ਰਾਜਸਥਾਨ ਦੀ ਬਨਸਪਤੀ ਨਾਲੋਂ ਵੱਖਰੀ ਸੀ। ਵਰਖਾ ਜ਼ਿਆਦਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। ਇਸ ਬਨਸਪਤੀ ਵਿੱਚ ਮਿਲਣ ਵਾਲੇ ਦਰੱਖਤਾਂ ਦੀ ਉਚਾਈ 30 ਤੋਂ 60 ਮੀਟਰ ਤੱਕ ਮਿਲਦੀ ਹੈ। ਇਹ ਬਨਸਪਤੀ ਕਿਸ ਕਿਸਮ ਦੀ ਹੋਵੇਗੀ? ਤਾਂ ਬੱਚੋ ਆਪਾਂ ਨੂੰ ਦੱਸਣਾ ਜਿਹੜੀ ਬਨਸਪਤੀ ਆ ਅਸਾਮ ਦੇ ਵਿੱਚ ਉਹ ਕਿਸ ਪ੍ਰਕਾਰ ਦੀ ਹੁੰਦੀ ਹੈ। ਬੱਚੋ ਆਪਾਂ ਆਪਸ਼ਨ ਦੇਖਦੇ ਹਾਂ ਇਸ ਸਵਾਲ ਦੇ। ਪਤਝੜੀ ਵਨਸਪਤੀ, ਦੇਖੋ ਪਤਝੜ ਦਾ ਬੱਚੇ ਹੋ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਮੀਂਹ ਬਹੁਤ ਜ਼ਿਆਦਾ ਪੈਂਦੇ ਆ। ਊਸ਼ਣ ਸਦਾਬਹਾਰ ਵਨਸਪਤੀ, ਟ੍ਰੋਪੀਕਲ ਐਵਰਗ੍ਰੀਨ। ਤਾਂ ਬੱਚੋ ਇਸ ਦਾ ਸਹੀ ਆਂਸਰ ਕੀ ਹੈ? ਇਹ ਹੈ ਖੁਸ਼ਕ ਵੀ ਨਹੀਂ ਹੋ ਸਕਦਾ ਤੇ ਇਹਨੂੰ ਵੀ ਆਪਾਂ ਨਹੀਂ ਕਹਿ ਸਕਦੇ। ਤਾਂ ਊਸ਼ਣ ਸਦਾਬਹਾਰ ਵਨਸਪਤੀ, ਟ੍ਰੋਪੀਕਲ ਐਵਰਗ੍ਰੀਨ ਵਾਈਚਨ ਇਸ ਸਵਾਲ ਦਾ ਆਂਸਰ ਹੈ। ਹੁਣ ਬੱਚਿਓ ਅੱਗੇ ਆਪਾਂ 6ਵਾਂ ਸਵਾਲ ਦੇਖਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾਂ ਵਾਸਤੇ ਚਿਤੌੜਗੜ੍ਹ ਦੀ ਜਿੱਤ ਤੋਂ ਬਾਅਦ ਉਹ ਗੋਇੰਦਵਾਲ ਪੁੱਜਾ। ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਜੀ ਦੇ ਕਹਿਣ ਤੇ ਯਾਤਰੀਆਂ ਦਾ ਯਾਤਰਾ ਕਰ ਮਾਫ ਕਰ ਦਿੱਤਾ।
ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਅਤੇ ਯਾਤਰਾ ਮਾਫ ਕਰਨ ਵਾਲੇ ਬਾਦਸ਼ਾਹ ਦਾ ਨਾਮ ਦੱਸੋ। ਤਾਂ ਬੱਚਿਓ ਕਿਹੜੇ ਵਾਰਸ ਆਏ ਸਨ? ਤਾਂ ਬੱਚਿਓ ਇਹਦਾ ਸਾਨੂੰ ਪਤਾ ਆਂਸਰ ਸਾਡਾ ਕੀ ਆ? ਅਕਬਰ। ਤਾਂ ਅਕਬਰ ਬੱਚਿਓ ਇਸ ਸਵਾਲ ਦਾ ਸਹੀ ਆਂਸਰ ਹੈ। ਸੱਤਵਾਂ ਸਵਾਲ ਦੇਖਦੇ ਹਾਂ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਕਦੋਂ ਹੋਇਆ? ਬੱਚਿਓ ਸਾਨੂੰ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਸਨ। ਤਾਂ ਉਹਨਾਂ ਦਾ ਜਨਮ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਤੇ ਬੱਚਿਓ ਇਸ ਸਵਾਲ ਦਾ ਸਹੀ ਆਂਸਰ ਕੀ ਹੈ? 22 ਦਸੰਬਰ 1666। 8ਵਾਂ ਸਵਾਲ ਦੇਖਦੇ ਹਾਂ। ਪੂਰਬ ਖਾਲਸਾ ਕਾਲ ਦੀ ਮਹੱਤਵਪੂਰਨ ਲੜਾਈ ਗੁਰੂ ਗੋਬਿੰਦ ਰਾਏ ਜੀ ਲੜਨਾ ਨਹੀਂ ਚਾਹੁੰਦੇ ਸਨ ਅਤੇ ਪਾਉਂਟਾ ਸਾਹਿਬ ਵਿਖੇ ਰਹਿਣ ਲੱਗ ਪਏ, ਪਰ ਪਹਾੜੀ ਰਾਜਾ ਭੀਮ ਚੰਦ ਨੇ ਉਹਨਾਂ ਨੂੰ ਲੜਨ ਲਈ ਮਜਬੂਰ ਕੀਤਾ। 1688 ਈਸਵੀ ਵਿੱਚ ਇਸ ਲੜਾਈ ਵਿੱਚ ਗੁਰੂ ਜੀ ਨੇ ਪਹਾੜੀ ਰਾਜਾ ਨੂੰ ਹਰਾਇਆ। ਦਿੱਤੇ ਨਕਸ਼ੇ ਵਿੱਚ ਗੋਲ ਚੱਕਰ ਵਿੱਚ ਉਹ ਸਥਾਨ ਦਰਸਾਇਆ ਗਿਆ ਹੈ। ਕੀ ਤੁਸੀਂ ਨਕਸ਼ਾ ਦੇਖ ਕੇ ਇਸ ਸਥਾਨ ਦਾ ਨਾਮ ਦੱਸ ਸਕਦੇ ਹੋ? ਗੁਰੂ ਜੀ ਦੀ ਮਹੱਤਵਪੂਰਨ ਜਿੱਤ ਕਿਸ ਸਥਾਨ ਤੇ ਹੋਈ? ਤਾਂ ਬੱਚਿਓ ਆਪਾਂ ਦੇਖਣਾ ਵੀ ਇਹ ਕਿਹੜਾ ਸਥਾਨ ਹੈ। ਬੱਚਿਓ ਆਨੰਦਪੁਰ ਖਿਦਰਾਣਾ। ਤਾਂ ਇਹ ਬੱਚਿਓ ਕਿਹੜਾ ਸਥਾਨ ਹੈ ਜੋ ਸਾਨੂੰ ਇਹ ਸਰਕਲ ਦੇ ਵਿੱਚ ਦਿਖਾਈ ਦੇ ਰਿਹਾ ਹੈ, ਇਸ ਦਾ ਨਾਮ ਅਸੀਂ ਦੱਸਣਾ ਹੈ। ਤਾਂ ਬੱਚਿਓ ਕਿਹੜਾ ਸੀ ਇਹ? ਭੰਗਾਣੀ ਦਾ ਯੁੱਧ, ਜੋ ਗੁਰੂ ਗੋਬਿੰਦ ਸਿੰਘ ਜੀ ਨੇ 1688 ਈਸਵੀ ਵਿੱਚ ਜਿੱਤਿਆ ਸੀ। ਤਾਂ ਬੱਚਿਓ ਆਪਾਂ ਦੇਖਦੇ ਹਾਂ ਇਹਦੇ ਆਪਸ਼ਨ ਹਨ ਇਹ ਆਪਣੇ ਕੋਲ। ਜੋ ਭੰਗਾਣੀ ਦਾ ਯੁੱਧ ਹੈ ਉਹ ਇਸ ਦਾ ਬੱਚਿਓ ਸਵਾਲ ਦਾ ਸਹੀ ਆਂਸਰ ਹੈ। ਬੱਚਿਓ ਆਪਾਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ ਅੱਗੇ ਸਵਾਲ ਹੈ। 31 ਅਕਤੂਬਰ 2019 ਨੂੰ ਭਾਰਤੀ ਰਾਜ ਤੋਂ ਰਾਜ ਦਾ ਦਰਜਾ ਵਾਪਸ ਲੈ ਕੇ ਉਸ ਨੂੰ ਉੱਥੇ ਰਾਜ ਸਰਕਾਰ ਖਤਮ ਕਰ ਦਿੱਤੀ ਗਈ ਤੇ ਉਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਇਸ ਨਾਲ ਭਾਰਤ ਦੇ ਰਾਜ 29 ਤੋਂ ਘਟ ਕੇ 28 ਰਹਿ ਗਏ। ਦਿੱਤੇ ਨਕਸ਼ੇ ਵਿੱਚ ਰੰਗ ਕੀਤੇ ਗਏ ਖੇਤਰ ਦੇਖ ਕੇ ਦੱਸੋ ਕਿ ਇਹ ਨਵੇਂ ਬਣੇ 2 ਕੇਂਦਰ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਤਾਂ ਬੱਚਿਓ ਸਾਨੂੰ ਪਤਾ ਵੀ 31 ਅਕਤੂਬਰ 2019 ਨੂੰ ਭਾਰਤ ਸਰਕਾਰ ਦੁਆਰਾ ਇੱਕ ਰਾਜ ਸਰਕਾਰ ਖਤਮ ਕਰਕੇ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਾਡੇ ਕੋਲ ਰਾਜਾਂ ਦੀ ਸੰਖਿਆ ਘਟ ਕੇ 29 ਤੋਂ 28 ਰਹਿ ਗਈ ਹੈ। ਤਾਂ ਅਸੀਂ ਦੇਖਣਾ ਵੀ ਤਾਂ ਬੱਚਿਓ ਸਾਡੇ ਕੋਲ ਇੱਕ ਤਾਂ ਸਾਡੇ ਕੋਲ ਇਹ ਹੈ, ਦੂਸਰਾ ਸਾਡੇ ਕੋਲ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਹਨ। ਬੱਚਿਓ ਇਸ ਨੂੰ ਅਸੀਂ ਲਦਾਖ ਕਹਿੰਦੇ ਹਾਂ। ਇਹ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜੋ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਭ ਤੋਂ ਵੱਡਾ ਹੈ। ਇਹ ਸਾਡੇ ਕੋਲ ਕੀ ਹੈ? ਇਹ ਸਾਡੇ ਕੋਲੇ ਕਸ਼ਮੀਰ ਹੈ। ਤਾਂ ਬੱਚਿਓ ਫਿਰ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ 2 ਨਵੇਂ? ਕਸ਼ਮੀਰ ਅਤੇ ਲਦਾਖ। ਅਸੀਂ ਦੇਖਣਾ ਵੀ ਕਸ਼ਮੀਰ ਅਤੇ ਲਦਾਖ ਕਿਹੜੇ ਆਪਸ਼ਨ ਦੇ ਵਿੱਚ ਹਨ। ਤਾਂ ਜੰਮੂ ਕਸ਼ਮੀਰ ਅਤੇ ਲਦਾਖ ਇਹ ਬੱਚਿਓ ਇਸ ਸਵਾਲ ਦਾ ਸਹੀ ਆਂਸਰ ਹੈ। ਹੁਣ ਬੱਚਿਓ ਆਪਾਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ 10ਵਾਂ ਸਵਾਲ ਹੈ। ਇਹ ਭਾਰਤ ਦਾ ਕੇਂਦਰੀ ਬੈਂਕ ਹੈ। ਇਸ ਦੀ ਸਥਾਪਨਾ 1935 ਵਿੱਚ ਕੀਤੀ ਗਈ ਸੀ। ਇਹ ਦੱਸਦੇ ਹੋਏ ਅਧਿਆਪਕ ਨੇ ਦੱਸਿਆ ਕਿ ਇਸ ਦਾ ਨਾਮ ਭਾਰਤੀ ਰਿਜ਼ਰਵ ਬੈਂਕ ਹੈ, ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਬੱਚਿਓ। ਇਸ ਦੀ ਸਥਾਪਨਾ 1935 ਵਿੱਚ ਕੀਤੀ ਗਈ ਸੀ। ਇਸ ਦਾ ਕੀ ਕੰਮ ਹੈ? ਨੋਟ ਜਾਰੀ ਕਰਨਾ, ਇਹ ਵੀ ਹੈ ਬੱਚਿਓ। ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ, ਇਹ ਵੀ ਹੈ। ਸਾਖ ਦਾ ਨਿਯੰਤਰਣ ਕਰਨਾ, ਯਾਨੀ ਕਿ ਕ੍ਰੈਡਿਟ ਕੰਟਰੋਲ, ਲੈਣ ਦੇਣ, ਉਸ ਨੂੰ ਕੰਟਰੋਲ ਕਰਨਾ। ਤਾਂ ਇਸ ਕਰਕੇ ਬੱਚਿਓ ਸਾਰੇ ਉਪਰੋਕਤ ਸਾਰੇ ਆਲ ਆਫ ਦੀ ਅਬਵ ਇਸ ਸਵਾਲ ਦਾ ਆਂਸਰ ਹੈ। ਬੱਚਿਓ ਅਸੀਂ 11ਵਾਂ ਸਵਾਲ ਦੇਖਦੇ ਹਾਂ। ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ? ਬੱਚੇ ਤੁਸੀਂ ਬੁੱਕ 'ਚ ਪੜ੍ਹਿਆ ਹੈ, ਉਲਮਾ ਇੱਕ ਮੁਸਲਿਮ ਧਾਰਮਿਕ ਨੇਤਾ ਸਨ। ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ 12ਵਾਂ ਸਵਾਲ ਹੈ। ਨਿਵੇਸ਼ ਕਿਸ ਨੂੰ ਕਹਿੰਦੇ ਹਨ? ਨਿਵੇਸ਼ ਬੱਚਿਓ, ਮੰਨ ਲਓ ਅਸੀਂ ਕਿਸ ਚੀਜ਼ ਤੇ ਪੈਸੇ ਖਰਚ ਕਰਦੇ ਹਾਂ, ਠੀਕ ਹੈ, ਉਸ ਨੂੰ ਅਸੀਂ ਨਿਵੇਸ਼ ਜਾਣੀ ਕਿ ਇਨਵੈਸਟਮੈਂਟ ਕਹਿੰਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ? ਲੋਕਾਂ ਦੀ ਸੰਤੁਸ਼ਟੀ ਨੂੰ ਨਹੀਂ, ਵਿਅਕਤੀ ਦੀ ਆਮਦਨ ਨੂੰ ਇਹਨੂੰ ਵੀ ਨਹੀਂ ਕਹਿੰਦੇ। ਦਾ ਇਨਕਰੀਜ਼ ਇਨ ਕੈਪੀਟਲ ਇਹ ਵੀ ਨਹੀਂ ਕਹਿੰਦੇ। ਵਧੇਰੇ ਉਤਪਾਦਨ ਕਰਨ ਨੂੰ, ਟੂ ਪ੍ਰੋਡਿਊਸ ਮੋਰ। ਤਾਂ ਅਸੀਂ ਕੋਈ ਜ਼ਿਆਦਾ ਚੀਜ਼ ਪੈਦਾ ਕਰਨ ਲਈ, ਮੰਨ ਲਓ ਪਹਿਲਾਂ ਸਾਡੇ ਕੋਲ ਘੱਟ ਪ੍ਰੋਡਕਸ਼ਨ ਹੁੰਦੀ ਹੈ, ਅਸੀਂ ਕੋਈ ਹੋਰ ਇਨਵੈਸਟਮੈਂਟ ਕਰਕੇ ਜ਼ਿਆਦਾ ਪ੍ਰੋਡਕਸ਼ਨ ਕਰ ਲੈਂਦੇ ਹਾਂ। ਤਾਂ ਵਧੇਰੇ ਉਤਪਾਦਨ ਕਰਨ ਨੂੰ ਅਸੀਂ ਇਨਵੈਸਟਮੈਂਟ ਕਹਿੰਦੇ ਹਾਂ। 13ਵਾਂ ਸਵਾਲ ਹੈ। ਕਾਲ ਵਿਸਾਖੀ ਕਿਸ ਨੂੰ ਆਖਦੇ ਹਨ?
ਤਾਂ ਬੱਚਿਓ ਕਾਲ ਵਿਸਾਖੀ ਕੀ ਹੈ? ਵਿਸਾਖੀ ਨਹੀਂ ਹੈ ਕੋਈ, ਇਹ ਸਾਡੇ ਕੋਲ ਮਈ ਅਤੇ ਅਪ੍ਰੈਲ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕਿਹਾ ਜਾਂਦਾ ਹੈ। ਅਪ੍ਰੈਲ ਜਾਂ ਮਈ ਮਹੀਨੇ ਵਿੱਚ ਇਹ ਬੱਚਿਓ ਪੱਛਮੀ ਬੰਗਾਲ, ਸਾਡੇ ਕੋਲ ਉੜੀਸਾ, ਉਹਨਾਂ ਜਾਂ ਬੰਗਲਾਦੇਸ਼, ਇਹਨਾਂ ਪ੍ਰਦੇਸ਼ਾਂ ਬਿਹਾਰ ਵਿੱਚ ਇਹ ਆਉਂਦੇ ਹਨ। ਤਾਂ ਅਸੀਂ ਇਹਨਾਂ ਨੂੰ ਕਾਲ ਵਿਸਾਖ ਦਾ ਨਾਂ ਦਿੱਤਾ ਹੈ। ਹੁਣ ਬੱਚਿਓ ਅਸੀਂ ਅੱਗੇ 14ਵਾਂ ਸਵਾਲ ਦੇਖਦੇ ਹਾਂ। ਜਵਾਰੀ ਵਨਸਪਤੀ ਦਾ ਦੂਸਰਾ ਨਾਮ ਕੀ ਹੈ? ਬੱਚਿਓ ਸਾਗਵਾਨ ਵਨਸਪਤੀ ਨਹੀਂ ਹੋ ਸਕਦੀ। ਮੁੰਜਕਾ ਵਨਸਪਤੀ ਇਸ ਦਾ ਸਹੀ ਆਂਸਰ ਹੈ, ਕਿਉਂਕਿ ਮੈਂਗਰੋ ਵਨਸਪਤੀ ਵੀ ਨਹੀਂ ਹੋ ਸਕਦੀ, ਇਹ ਵੀ ਸਾਡੇ ਕੋਲ ਨਹੀਂ ਹੈ। ਤਾਂ ਮੁੰਜਕਾ ਵਨਸਪਤੀ ਇਸ ਸਵਾਲ ਦਾ ਸਹੀ ਆਂਸਰ ਹੈ। 15ਵਾਂ ਸਵਾਲ, ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗ ਵਿੱਚ ਹੁੰਦੀਆਂ ਹਨ? ਬੱਚਿਓ ਥੋੜਾ ਜਿਹਾ ਸਵਾਲ ਵਿੱਚ ਲਿਖਣ ਵਿੱਚ ਫਰਕ ਲੱਗਦਾ ਹੈ। ਇਹਦੇ ਵਿੱਚ ਐ ਵੀ ਚਾਹ ਵਾਲੀਆਂ ਮਿੱਟੀਆਂ ਕਿੱਥੇ ਹੁੰਦੀਆਂ ਨੇ, ਯਾਨੀ ਕਿ ਚਾਹ ਵਾਲੀ ਮਿੱਟੀ ਕਿਹੋ ਜਿਹੀ ਹੁੰਦੀ ਹੈ, ਵੀ ਚਾਹ ਵਾਲੀ ਮਿੱਟੀ ਦੀ ਕਿਸਮ ਕਿਹੋ ਜਿਹੀ ਹੁੰਦੀ ਹੈ। ਤਾਂ ਇਸ ਸਵਾਲ ਦਾ ਥੋੜਾ ਜਿਹਾ ਸਵਾਲ ਇਸ ਪ੍ਰਕਾਰ ਬਣਦਾ ਸੀਗਾ, ਥੋੜਾ ਜਿਹਾ ਲਿਖਣ ਦੇ ਵਿੱਚ ਮਿਸਟੇਕ ਲੱਗਦੀ ਹੈ। ਤਾਂ ਚਾਹ ਵਾਲੀ ਮਿੱਟੀ ਦੀ ਕਿਸਮ ਮਤਲਬ ਅਸੀਂ ਇੱਕ ਪ੍ਰਕਾਰ ਦੱਸਣੀ ਹੈ। ਤਾਂ ਚਾਹ ਵਾਲੀ ਮਿੱਟੀ ਲੈਟਰਾਈਟ ਮਿੱਟੀ ਵਾਲੇ ਭਾਗਾਂ ਵਿੱਚ, ਵੀ ਜਿੱਥੇ ਲੈਟਰਾਈਟ ਮਿੱਟੀ ਹੁੰਦੀ ਹੈ ਉੱਥੇ ਚਾਹ ਜ਼ਿਆਦਾ ਹੁੰਦੀ ਹੈ ਤੇ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ। ਤਾਂ ਬੱਚਿਓ ਇਸ ਸਵਾਲ ਦਾ ਸਹੀ ਆਂਸਰ ਹੈ ਲੈਟਰਾਈਟ ਮਿੱਟੀ ਵਾਲੇ ਭਾਗਾਂ ਵਿੱਚ। ਬੱਚਿਓ 16ਵਾਂ ਸਾਡੇ ਕੋਲ ਸਵਾਲ ਹੈ, ਜ਼ਫਰਨਾਮਾ ਨਾਮ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ? ਤਾਂ ਬੱਚਿਓ ਸਾਰਿਆਂ ਨੂੰ ਪਤਾ ਕਿਹਨੂੰ ਲਿਖਿਆ ਸੀਗਾ? ਔਰੰਗਜ਼ੇਬ ਨੂੰ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਸੀਗਾ ਔਰੰਗਜ਼ੇਬ ਨੂੰ। ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। 17ਵਾਂ ਸਵਾਲ ਸਾਡੇ ਕੋਲ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ਸੀ? ਬੱਚੇ ਤੁਸੀਂ ਪੜ੍ਹਿਆ ਹੋਣਾ ਹੈ, ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ 1588 ਈਸਵੀ ਵਿੱਚ ਸੂਫੀ ਮੀਆਂ ਮੀਰ ਜੀ ਨੇ ਰੱਖਿਆ ਸੀ। ਇਸ ਸਵਾਲ ਦਾ ਸਹੀ ਆਂਸਰ ਬੱਚਿਓ ਇਹ ਹੈ। 18ਵਾਂ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤਾਂ ਬੱਚਿਓ ਇਸ ਸਵਾਲ ਦਾ ਸਹੀ ਆਂਸਰ ਕੀ ਹੈ? 30 ਸਾਲ। ਤਾਂ ਬੱਚਿਓ 35 ਸਾਲ ਨਹੀਂ ਹੈ, ਇਹ ਨਹੀਂ ਅਸੀਂ ਲਿਖਣਾ ਹੈ। ਤਾਂ 30 ਸਾਲ ਰਾਜ ਸਭਾ ਦਾ ਮੈਂਬਰ ਬਣਨ ਲਈ ਸਹੀ ਉਮਰ ਹੈ, ਯਾਨੀ ਕਿ 30 ਸਾਲ ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ ਹੋਣੀ ਚਾਹੀਦੀ ਹੈ। ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਤਾਂ ਬੱਚਿਓ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਅੱਗੇ ਆਪਾਂ ਲਾਸਟ ਸਵਾਲ 20ਵਾਂ ਸਵਾਲ ਲਿਖਦੇ ਹਾਂ ਇਸ ਪੇਪਰ ਦਾ। ਉਪਭੋਗਤਾ ਸੰਰਕਸ਼ਣ ਤੋਂ ਕੀ ਭਾਵ ਹੈ? ਵਾਟ ਇਜ਼ ਮੀਨ ਬਾਈ ਕੰਜ਼ਿਊਮਰ ਪ੍ਰੋਟੈਕਸ਼ਨ? ਕੰਜ਼ਿਊਮਰ ਪ੍ਰੋਟੈਕਸ਼ਨ ਤੋਂ ਕੀ ਭਾਵ ਹੈ? ਮਾਨਸਿਕ ਸ਼ੋਸ਼ਣ ਤੋਂ ਸੁਰੱਖਿਆ ਕਰਨਾ, ਇਹ ਬੱਚਿਓ ਨਹੀਂ ਹੈ। ਉਚਿਤ ਵਪਾਰ ਤੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਅਤ ਕਰਨਾ, ਤਾਂ ਇਹ ਬੱਚਿਓ ਸਹੀ ਆਂਸਰ ਹੈ, ਕਿਉਂਕਿ ਜ਼ਹਿਰੀਲੀ ਹਵਾ ਸੁਰੱਖਿਆ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਤਾਂ ਜਦੋਂ ਅਸੀਂ ਕੋਈ ਬਾਜ਼ਾਰ 'ਚੋਂ ਸਮਾਨ ਖਰੀਦਦੇ ਹਾਂ, ਉਹ ਸਾਨੂੰ ਕੋਈ ਸਮਾਨ ਗਲਤ ਨਾ ਮਿਲੇ, ਠੀਕ ਹੈ, ਤਾਂ ਉਹਦੇ ਵਾਸਤੇ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਜਿਹੜਾ ਹੈਗਾ ਗਾ ਉਹ ਉਸਦਾ ਮਤਲਬ ਹੈ ਵੀ ਕੰਜ਼ਿਊਮਰ ਨੂੰ ਪ੍ਰੋਟੈਕਟ ਕਰਨਾ, ਕਿ ਸਾਡਾ ਵਪਾਰ ਦੇ ਵਿੱਚ ਕੋਈ ਸ਼ੋਸ਼ਣ ਨਾ ਕਰ ਸਕੇ। ਤਾਂ ਬੱਚਿਓ ਉਮੀਦ ਆ ਤੁਹਾਨੂੰ ਇਸ ਟੈਸਟ ਦੇ ਸਹੀ ਉੱਤਰ ਪਤਾ ਲੱਗ ਗਏ ਹੋਣਗੇ ਤੇ ਤੁਹਾਨੂੰ ਆਪਣੇ ਇਸ ਟੈਸਟ ਵਿੱਚ ਅੰਕਾਂ ਬਾਰੇ ਵੀ ਪਤਾ ਲੱਗ ਜਾਣਾ ਵੀ ਤੁਹਾਡੇ ਕਿੰਨੇ ਅੰਕ ਇਸ ਟੈਸਟ ਵਿੱਚੋਂ ਬਣਦੇ ਹਨ। ਤੁਹਾਡੇ ਬਾਕੀ ਵਿਸ਼ੇ ਜਿਵੇਂ ਬੱਚਿਓ ਗਣਿਤ ਹੋਇਆ, ਸਾਇੰਸ ਹੋਇਆ, ਉਹਨਾਂ ਦੇ ਵੀਡੀਓ ਵੀ ਇਸ ਚੈਨਲ ਤੇ ਉਪਲਬਧ ਹਨ। ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਸਾਥੀਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।